ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਇੰਨਾ ਜ਼ਿਆਦਾ ਪੈ ਗਿਆ ਵੀ ਗੋਡੇ ਗੋਡੇ ਪਾਣੀ ਖੜਾ ਤੇ ਕਈ ਥਾਵਾਂ ਦੇ ਉੱਤੇ ਜਨਜੀਵਨ ਪ੍ਰਭਾਵਿਤ ਵੀ ਹੋਇਆ। ਮੈਨੂੰ ਕਈ ਸੱਜਣਾਂ ਨੇ ਇਹ ਗੱਲ ਕਹੀ ਕਿ ਝੋਨੇ ਦੀ ਫਸਲ ਵਾਸਤੇ ਤਾਂ ਇਹ ਮੀਂਹ ਲਾਹੇਵੰਦ ਹੀ ਹੈ ਭਾਵੇਂ ਲਾਹੇਵੰਦ, ਪਰ ਜੇਕਰ ਝੋਨੇ ਨੂੰ ਲੋੜ ਮੁਤਾਬਕ ਪਾਣੀ ਮਿਲੇ। ਪਰ ਜੇ ਝੋਨੇ ਦੀ ਪਨੀਰੀ ਦੇ ਉੱਤੋਂ ਦੀ ਪਾਣੀ ਲੰਘ ਜੇ ਤਾਂ ਫਿਰ ਇਹ ਲੋੜ ਮੁਤਾਬਕ ਨਹੀਂ, ਫਿਰ ਇਹ ਮਾਰੂ ਸਾਬਤ ਹੁੰਦਾ। ਸੋ ਕਿਸਾਨ ਇਸ ਗੱਲੋਂ ਆਵਾਜ਼ਾਰ ਹੈ ਕਿ ਜੇਕਰ ਹੋਰ ਮੀਂਹ ਪੈ ਗਿਆ ਤਾਂ ਫਸਲ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦੀ ਹੈ। ਹੁਣੇ ਮੈਂ ਇੱਕ ਰਿਪੋਰਟ ਪੜ੍ਹ ਕੇ ਹਟਿਆ, ਬੁੱਢਾ ਨਾਲਾ ਉਛਲ ਗਿਆ, ਟੁੱਟ ਗਿਆ ਤੇ ਝੁੱਗੀ ਝੌਂਪੜੀਆਂ ਨੂੰ 300 ਦੇ ਕਰੀਬ ਝੁੱਗੀ ਝੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਕਹਿੰਦੇ ਵੀ ਉਹਨਾਂ ਲੋਕਾਂ ਦਾ ਬੜਾ ਨੁਕਸਾਨ ਹੋ ਗਿਆ। ਕਿਸੇ ਦੀ ਝੁੱਗੀ ਦੇ ਵਿੱਚ ਕੋਈ 5000 ਦਾ ਸਮਾਨ ਵੀ ਹੋਵੇ, ਕਿਸੇ ਦੀ ਝੁੱਗੀ ਦੇ ਵਿੱਚ 5 ਲੱਖ ਦਾ ਸਮਾਨ ਵੀ ਹੋਵੇ। ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਨਾਲ ਇਹ ਸਾਰਾ ਕੁਝ ਕੀਤਾ, ਪਰ ਉਹਨਾਂ ਦਾ ਜਾਨੀ ਤੌਰ ਤੇ ਨੁਕਸਾਨ ਤਾਂ ਭਾਵੇਂ ਨਹੀਂ ਹੋਇਆ, ਪਰ ਮਾਲੀ ਤੌਰ ਦੇ ਉੱਤੇ ਬਹੁਤ ਨੁਕਸਾਨ ਹੋ ਗਿਆ, ਕਿਉਂਕਿ ਜਿਹੜੇ ਨਾਲੇ ਆ ਉਹ ਇਸ ਮੀਂਹ ਦੇ ਕਰਕੇ ਓਵਰਫਲੋ ਹੋ ਰਹੇ ਆ। ਸੋ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੜਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਆ। ਬਾਕੀ ਤੁਹਾਡੇ ਨਗਰ ਖੇੜੇ ਦੇ ਵਿੱਚ ਕਿੱਥੇ ਕਿੰਨਾ ਕੁ ਮੀਂਹ ਪੈ ਗਿਆ ਤੇ ਕਿੰਨੀ ਕੁ ਸੰਭਾਵਨਾ ਤੇ ਫਸਲਵਾੜੀ ਦਾ ਕੋਈ ਨੁਕਸਾਨ ਹੋ ਰਿਹਾ ਕਿ ਨਹੀਂ ਹੋ ਰਿਹਾ, ਜਾਂ ਕਿੰਨਾ ਕੁ ਹੋ ਗਿਆ, ਇਹਦੇ ਬਾਬਤ ਸਾਨੂੰ ਆਪਣੀਆਂ ਟਿੱਪਣੀਆਂ ਦੇ ਰਾਹੀਂ ਜਾਣਕਾਰੀ ਜ਼ਰੂਰ ਦੇਣਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਐਤਕੀ ਇੱਕ ਵਾਰ ਫੇਰ ਵੱਡੀ ਕੁਰਸੀ ਦੇ ਉੱਤੇ ਬਿਠਾਉਣ ਦੀਆਂ ਕਨਸੂਆਂ ਦੇ ਨਾਲ ਸੰਬੰਧਿਤ। ਕੈਪਟਨ ਅਮਰਿੰਦਰ ਸਿੰਘ ਆਪਾਂ ਜਾਣਦੇ ਵੀ ਕਿਸੇ ਵੇਲੇ ਤੂਤੀ ਬੋਲਦੀ ਰਹੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ। ਕਿਸੇ ਵੇਲੇ ਦੀ ਗੱਲ ਮੈਂ ਕਰਦਾ, ਮੈਂ ਵਰਤਮਾਨ ਦੀ ਗੱਲ ਨਹੀਂ ਕਰਦਾ। ਹੋ ਸਕਦਾ ਉਹਨਾਂ ਦੇ ਸ਼ੁਭ ਚਿੰਤਕਾਂ ਨੂੰ ਇਹ ਗੱਲ ਚੰਗੀ ਨਾ ਵੀ ਲੱਗੇ। ਅੱਜ ਤੂਤੀ ਨਹੀਂ ਬੋਲਦੀ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਦੀ ਵੋਟ ਦੇ ਰੂਪ ਦੇ ਵਿੱਚ ਤੂਤੀ ਨਹੀਂ ਬੋਲਦੀ। ਸਰਕਾਰੀ ਦਰਬਾਰੇ ਬੋਲਦੀ ਹੋ ਸਕਦੀ ਆ, ਬੋਲਦੀ ਰਵੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਵੋਟ ਦੇ ਰੂਪ ਦੇ ਵਿੱਚ ਤੂਤੀ ਕਿੰਨੀ ਕਾ ਇਹਦਾ ਪਤਾ ਇੱਥੋਂ ਲੱਗ ਜਾਂਦਾ ਕਿ ਕੈਪਟਨ ਸਾਹਿਬ ਆਪ ਵੀ ਹਾਰੇ। ਉਹਨਾਂ ਦੀ ਪਾਰਟੀ ਜਿਹੜੀ ਨਿੱਜੀ ਪਾਰਟੀ ਉਹਨਾਂ ਨੇ ਬਣਾਈ ਸੀ, ਉਹਦਾ ਕੋਈ ਵੀ ਉਮੀਦਵਾਰ ਨਹੀਂ ਸੀ ਜਿੱਤਿਆ, ਸਭ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਫਿਰ ਕੈਪਟਨ ਸਾਹਿਬ ਨੇ ਆਪਣੀ ਪਾਰਟੀ ਦਾ ਰਲੇਵਾਂ ਜਿਹੜਾ ਉਹ ਬੀਜੇਪੀ ਦੇ ਵਿੱਚ ਕਰ ਲਿਆ। ਕੈਪਟਨ ਸਾਹਿਬ ਇਸ ਵੇਲੇ ਬੀਜੇਪੀ ਦੇ ਨੇਤਾ ਹੈਗੇ ਆ। ਉਹਨਾਂ ਦੇ ਕਈ ਸਾਬਕਾ ਸਾਥੀ ਆ ਜਿਹੜੇ ਉਹ ਵੀ ਕਾਂਗਰਸ ਦੇ ਵਿੱਚ ਆ। ਕਈ ਉਹਨਾਂ ਦੀ ਸਰਕਾਰ ਜਦੋਂ ਕਾਂਗਰਸ ਦੀ ਸੀ, ਪੰਜਾਬ ਦੇ ਵਿੱਚੋਂ ਮੁੱਖ ਮੰਤਰੀ ਸੀ, ਉਸ ਵੇਲੇ ਦੇ ਮੰਤਰੀ ਉਹ ਬੀਜੇਪੀ ਦੇ ਵਿੱਚ ਲੈ ਗਏ ਆ। ਕਈਆਂ ਨੂੰ ਹਾਲੇ ਕਹਿੰਦੇ ਲਿਜਾਣਾ ਬਾਕੀ ਆ। ਸੋ ਇਹ ਵੀ ਪਤਾ ਲੱਗਾ ਜੀ ਕਿ ਪਟਿਆਲੇ ਦੀ ਜਿਹੜੀ ਚੋਣ ਹੋਊਗੀ, ਜਿਹੜੀ ਕਿ ਲੋਕ ਸਭਾ ਦੀਆਂ 2024 ਦੀਆਂ ਚੋਣਾਂ, ਉਹਦੇ ਵਿੱਚ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਜੀਆਂ ਦੇ ਵਿੱਚੋਂ ਕਿਸੇ ਇੱਕ ਨੂੰ ਟਿਕਟ ਮਿਲਣ ਦੀ ਪੂਰੀ ਸੰਭਾਵਨਾ, ਜਿਹਦੇ ਵਿੱਚ ਉਹਨਾਂ ਦੀ ਧੀ ਰਾਣੀ ਸਤਿਕਾਰਯੋਗ ਉਹਨਾਂ ਦੀ ਬੱਚੀ ਹੈ ਜਿਹੜੀ, ਉਹਨਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਪੂਰੀ ਹੈਗੀ ਹੈ। ਸੋ ਬੀਬੀ ਪਰਨੀਤ ਕੌਰ ਇਸ ਵੇਲੇ ਬੇਸ਼ੱਕ ਕਾਂਗਰਸ ਦੇ ਵਿੱਚ ਹੈ, ਉਹ ਵੀ ਬਹੁਤ ਜਲਦ ਬੀਜੇਪੀ ਦੇ ਵਿੱਚ ਚਲੇ ਜਾਣਗੇ। ਇਸ ਗੱਲ ਦੇ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਦੇ ਪ੍ਰਤੀ ਵਫਾਦਾਰੀ, ਉਹਨਾਂ ਦੇ ਨਾਲ ਨੇੜ, ਉਹਨਾਂ ਦੇ ਪ੍ਰਤੀ ਸਮਰਪਣ, ਇਹਦੇ ਕਰਕੇ ਹੀ ਆ ਕਿ ਹੁਣ ਰਾਜਪਾਲ ਦੀ ਕੁਰਸੀ ਦੇ ਉੱਤੇ ਉਹਨਾਂ ਨੂੰ ਬਿਠਾ ਦਿੱਤਾ ਜਾਣਾ। ਇਹੋ ਜਿਹੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋਇਆ। ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਬਹੁਤ ਜਲਦ ਜੰਮੂ ਕਸ਼ਮੀਰ ਦੇ ਰਾਜਪਾਲ ਦੀ ਕੁਰਸੀ ਦੇ ਉੱਤੇ ਬੈਠੇ ਹੋਏ ਦਿਖਾਈ ਦੇਣਗੇ। ਹਾਲਾਂਕਿ ਇਸ ਤੋਂ ਪਹਿਲਾਂ ਚਰਚਾ ਚੱਲੀ ਸੀ ਕਿ ਉਹ ਮਹਾਰਾਸ਼ਟਰ ਦੇ ਰਾਜਪਾਲ ਬਣ ਜਾਣਗੇ। ਉਦੋਂ ਵਿਚਾਲੇ ਖਬਰ ਇਹ ਆਈ ਕਿ ਨਹੀਂ, ਇਹ ਤਾਂ ਸਿਰਫ ਤੇ ਸਿਰਫ ਪੜੁੱਲ ਬਣਾਇਆ ਗਿਆ ਖਬਰਾਂ ਦਾ, ਉਹਨਾਂ ਨੇ ਕੋਈ ਉੱਥੇ ਕੁਰਸੀ ਤੇ ਨਹੀਂ ਬਹਿਣਾਗਾ। ਉਹ ਅਸਲ 'ਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੀ ਸਰਗਰਮ ਰਹਿਣਾ ਚਾਹੁੰਦੇ ਆ। ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨਾਂ ਦੇ ਲਈ ਸਰਗਰਮ ਰਹਿਣ ਦੀ ਕੋਈ ਗੱਲ ਰਹਿ ਨਹੀਂ ਗਈ, ਕਿਉਂਕਿ ਪੰਜਾਬ ਦੇ ਪ੍ਰਧਾਨ ਆ ਜਿਹੜੇ ਬੀਜੇਪੀ ਦੇ, ਉਹ ਸੁਨੀਲ ਜਾਖੜ ਹੋਰੀ ਬਣ ਗਏ ਆ। ਇਸ ਵੇਲੇ ਉਹ ਮਾਰਗਦਰਸ਼ਨ ਮੰਡਲ ਦੇ ਵੱਲ ਤਾਂ ਹੋ ਸਕਦੇ ਆ ਕੈਪਟਨ ਅਮਰਿੰਦਰ ਸਿੰਘ, ਪਰ ਉਹ ਪੰਜਾਬ ਦੇ ਵਿੱਚ ਆਪ ਚੋਣ ਲੜਨ ਤੇ ਆਪ ਅਗਵਾਈ ਕਰਨ ਇਹਦੇ ਸਮਰੱਥ ਨਹੀਂ ਹੈਗੇ। ਸੋ ਇਸ ਮੌਕੇ ਦੇ ਉੱਤੇ, ਜ਼ਿੰਦਗੀ ਦੇ ਉਮਰ ਦੇ ਇਸ ਮੋੜ ਦੇ ਉੱਤੇ, ਉਹ ਰਾਜਪਾਲ ਦੀ ਕੁਰਸੀ ਦੇ ਉੱਤੇ ਮੇਰਾ ਖਿਆਲ ਵੀ ਬਹਿਣਾ ਕਬੂਲ ਵੀ ਕਰ ਲੈਣਗੇ, ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੋ ਸਮੀਕਰਨ ਬਦਲ ਰਹੇ ਆ, ਉਹਦੇ ਮੁਤਾਬਕ ਕੈਪਟਨ ਸਾਹਿਬ ਕਿੱਥੇ ਕੁ ਫਿੱਟ ਬਹਿੰਦੇ, ਕਿੱਥੇ ਕੁ ਨਹੀਂ ਬਹਿੰਦੇ, ਇਹਦੇ ਬਾਬਤ ਲੋਕਾਂ ਦੇ ਆਪੋ ਆਪਣੇ ਵਿਚਾਰ ਆ। ਪਹਿਲਾਂ ਅਸੀਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। 2024 ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਬੀਜੇਪੀ ਕੇਂਦਰੀ ਮੰਤਰੀ ਮੰਡਲ ਤੇ ਸੰਗਠਨ ਦੇ ਵਿੱਚ ਫੇਰਬਦਲ ਦੇ ਨਾਲ 3 ਸੂਬਿਆਂ ਦੇ ਗਵਰਨਰ ਵੀ ਬਦਲ ਸਕਦੀ ਹੈ। ਜੰਮੂ ਕਸ਼ਮੀਰ ਦੀ ਰਾਜਨੀਤੀ ਵਿੱਚ ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਚਰਚਾ ਦੇ ਵਿੱਚ ਹੈ। 2020 ਦੇ ਵਿੱਚ ਰਾਜਪਾਲ ਬਣੇ ਮਨੋਜ ਸਿਨਹਾ ਦੀ ਥਾਂ ਦੇ ਉੱਤੇ ਇਹ ਜ਼ਿੰਮੇਵਾਰੀ ਕੈਪਟਨ ਨੂੰ ਸੌਂਪਣ ਦੇ ਉੱਤੇ ਵਿਚਾਰ ਚੱਲ ਰਿਹਾ। ਹਾਲਾਂਕਿ ਕੁਝ ਮਹੀਨੇ ਪਹਿਲਾਂ ਉਹਨਾਂ ਦੇ ਮਹਾਰਾਸ਼ਟਰ ਦੇ ਰਾਜਪਾਲ ਬਣਨ ਦੇ ਚਰਚੇ ਸ਼ੁਰੂ ਹੋਏ ਸਨ, ਪਰ ਬਾਅਦ ਦੇ ਵਿੱਚ ਇਹਦੇ ਉੱਤੇ ਰੋਕ ਲੱਗ ਗਈ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 81 ਸਾਲ ਦੇ ਹੋ ਚੁੱਕੇ ਨੇ। ਕਾਂਗਰਸ ਛੱਡਣ ਤੋਂ ਬਾਅਦ ਬਣਾਈ ਗਈ ਖੇਤਰੀ ਪਾਰਟੀ ਨੂੰ ਭੰਗ ਕਰਨ ਤੋਂ ਬਾਅਦ ਉਹ ਭਾਜਪਾ 'ਚ ਸ਼ਾਮਲ ਹੋ ਗਏ। ਮੋਦੀ ਸਰਕਾਰ ਲੋਕ ਸਭਾ ਚੋਣਾਂ ਵਿੱਚ ਉਤਰਨ ਤੋਂ ਪਹਿਲਾਂ 2 ਜਾਂ 3 ਰਾਜਪਾਲਾਂ ਨੂੰ ਵੀ ਹਟਾਉਣ ਦੇ ਉੱਤੇ ਵਿਚਾਰ ਕਰ ਰਹੀ ਹੈ, ਜਿਹਦੇ ਵਿੱਚ ਜੰਮੂ ਕਸ਼ਮੀਰ ਦੇ ਨਾਲ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਦੇ ਉੱਤੇ ਵੀ ਵਿਚਾਰ ਜਾਰੀ ਹੈ।
ਪੰਜਾਬ ਦੇ ਵਿੱਚ ਭਾਜਪਾ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਉਤਾਰਨ ਦਾ ਕਈ ਵਾਰੀ ਐਲਾਨ ਕਰ ਚੁੱਕੀ ਹੈ। ਭਾਜਪਾ ਪੰਜਾਬ ਦੇ ਵਿੱਚ ਲੋਕ ਸਭਾ ਸੀਟਾਂ ਹਾਸਲ ਕਰਨ ਦੇ ਲਈ ਕਾਂਗਰਸ ਛੱਡ ਕੇ ਆਏ ਵੱਖ-ਵੱਖ ਨੇਤਾਵਾਂ ਦੇ ਉੱਤੇ ਭਰੋਸਾ ਪ੍ਰਗਟਾ ਰਹੀ ਹੈ। ਚਰਚਾ ਹੁਣ ਇਹ ਹੈ ਕਿ ਸਾਬਕਾ ਕਾਂਗਰਸੀ ਨੇਤਾ ਤੇ ਲੋਕ ਸਭਾ ਦੇ ਸਪੀਕਰ ਬਲਰਾਮ ਜਾਖੜ ਦੇ ਸੁਪੁੱਤਰ ਸੁਨੀਲ ਜਾਖੜ ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਗਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਵੇਲੇ ਵੱਡੀ ਜ਼ਿੰਮੇਵਾਰੀ ਦੇਣ ਦੀ ਚਰਚਾ ਚੱਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀਆਂ ਮੀਟਿੰਗਾਂ ਦੇ ਵਿੱਚ ਬਹੁਤਾ ਨਹੀਂ ਦਿਸਦੇ, ਪਰ ਉਹਨਾਂ ਦੀ ਧੀ ਜੈ ਇੰਦਰ ਕੌਰ ਕਾਫੀ ਸਰਗਰਮ ਦਿਖਾਈ ਦੇ ਰਹੀ ਹੈ। ਰਾਸ਼ਟਰੀ ਤੇ ਰਾਜ ਪੱਧਰੀ ਮੀਟਿੰਗਾਂ ਦੇ ਵਿੱਚ ਜੈ ਇੰਦਰ ਕੌਰ ਖੁਦ ਪਹੁੰਚਦੀ ਹੈ ਤੇ ਪਿਛਲੇ ਦਿਨੀ ਅੰਮ੍ਰਿਤਸਰ ਦਾ ਦੌਰਾ ਜਦੋਂ ਸੁਨੀਲ ਜਾਖੜ ਦੇ ਵੱਲੋਂ ਕੀਤਾ ਗਿਆ, ਉਸ ਵੇਲੇ ਜੈ ਇੰਦਰ ਕੌਰ ਵੀ ਦਰਬਾਰ ਸਾਹਿਬ ਦੇ ਵਿੱਚ ਪਹੁੰਚੀ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਕੈਪਟਨ ਅਮਰਿੰਦਰ ਸਿੰਘ ਨੂੰ ਹੁਣ 81 ਸਾਲ ਦੀ ਉਮਰ ਦੇ ਵਿੱਚ ਜਿਹੜੇ ਵੀ ਰੁਤਬੇ ਦੇ ਉੱਤੇ ਬਿਠਾਇਆ ਜਾਊਗਾ, ਉਸ ਤੋਂ ਬਾਅਦ ਸਰੀਰ ਆ ਜਿਹੜਾ ਉਹ ਹੌਲੀ ਹੌਲੀ ਹੋਰ ਅਗਲੀਆਂ ਪੌੜੀਆਂ ਜਿਹੜੀਆਂ ਉਹ ਬੁਢਾਪੇ ਦੀਆਂ ਚੜ੍ਹਨ ਦੇ ਵੱਲ ਆ, ਇਹ ਜਵਾਨੀ ਦੀ ਸਥਿਤੀ ਦੇ ਵਿੱਚ ਨਹੀਂ ਆ। ਗੱਲ ਇਹ ਹੈ ਜੀ ਕਿ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਤੂਤੀ ਬੋਲਦੀ ਸੀ ਪੰਜਾਬ ਦੇ ਪਾਣੀ ਦੇ ਮਾਮਲੇ ਤੇ ਵੀ, ਹੋਰ ਵੱਖ-ਵੱਖ ਮੁੱਦਿਆਂ ਦੇ ਉੱਤੇ ਵੀ। ਇਹ ਉਹੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਤੇ ਅਰੁਣ ਜੇਟਲੀ ਸਾਹਿਬ ਨੂੰ ਹਰਾਇਆ ਸੀ। ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਜਾ ਕੇ ਵੱਡੇ ਬਾਦਲ ਸਾਹਿਬ ਦੇ ਖਿਲਾਫ ਲੜੇ, 2 ਸੀਟਾਂ ਤੋਂ ਲੜੇ, ਪਟਿਆਲੇ ਵਾਲੀ ਜਿੱਤ ਕੇ ਉੱਥੋਂ ਵਾਲੀ ਬਾਦਲ ਸਾਹਿਬ ਦੀ ਝੋਲੀ 'ਚ ਪੈ ਗਈ, ਉਦੋਂ ਵੀ ਚਰਚਾ ਕਈ ਕਿਸਮ ਦੀ ਚੱਲੀ ਸੀ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਨੀਤੀ ਦੇ ਦਾਅ ਪੇਚ ਤਾਂ ਆਉਂਦੇ ਹੀ ਆ, ਪਰ ਇਹ ਆ ਵੀ ਉਮਰ ਦੇ ਇਸ ਪੜਾਅ ਦੇ ਉੱਤੇ ਉਹ ਰਾਜਪਾਲ ਦੀ ਕੁਰਸੀ ਜੇਕਰ ਕਬੂਲ ਨਹੀਂ ਕਰਦੇ ਤਾਂ ਉਹਨਾਂ ਦੇ ਕੋਲੇ ਇਸ ਤੋਂ ਇਲਾਵਾ ਹੋਰ ਕੋਈ ਬਹੁਤ ਵੱਡਾ ਰੁਤਬਾ ਬਚਦਾ ਵੀ ਨਹੀਂ। ਇਹ ਵਕਤ ਦੱਸੂਗਾ ਬਣਦਾ ਕੀ ਹੈ, ਪਰ ਇਹ ਗੱਲ ਜ਼ਰੂਰ ਆ ਕਿ ਉਹਨਾਂ ਦੇ ਕੈਬਨਿਟ ਦੇ ਵਿੱਚ ਰਹੇ ਕਈ ਸਾਥੀ ਇਸ ਵੇਲੇ ਬੀਜੇਪੀ ਦੇ ਵਿੱਚ ਆ ਚੁੱਕੇ ਆ, ਪਰ ਬੇਸ਼ੱਕ ਇਸ ਵੇਲੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਬਣਾਏ ਜਾ ਚੁੱਕੇ ਆ। ਕੈਪਟਨ ਸਾਹਿਬ ਦੇ ਬਾਰੇ ਵੀ ਚਰਚਾਵਾਂ ਚੱਲ ਰਹੀਆਂ। ਬੀਜੇਪੀ ਇਸ ਵੇਲੇ ਕਾਂਗਰਸ ਛੱਡ ਕੇ ਆਏ ਨੇਤਾਵਾਂ ਦੇ ਉੱਤੇ ਭਰੋਸਾ ਵੱਧ ਪ੍ਰਗਟਾ ਰਹੀ ਆ, ਪਰ ਇਹਦੇ ਕਰਕੇ ਬੀਜੇਪੀ ਦੀ ਪੰਜਾਬ ਇਕਾਈ ਦੇ ਵਿੱਚ ਇੱਕ ਵਾਰ ਖਲਬਲੀ ਵੀ ਮੱਚੀ ਹੋਈ ਆ। ਉਹ ਇਸ ਕਰਕੇ ਮੱਚੀ ਹੋਈ ਹੈ ਵੀ ਸਵਾਲ ਇਹ ਪੈਦਾ ਹੋਣ ਲੱਗ ਪਿਆ ਕਿ ਕੀ ਜਿਹੜੇ ਟਕਸਾਲੀ ਬੀਜੇਪੀ ਦੇ ਨੇਤਾ ਉਹ ਕੰਮਦੇ ਨਹੀਂ? ਕੀ ਜਿਹੜੇ ਟਕਸਾਲੀ ਬੀਜੇਪੀ ਦੇ ਨੇਤਾ ਉਹਨਾਂ ਦੇ ਸਿਰ ਦੇ ਉੱਤੇ ਨਵੇਂ ਬਿਠਾਏ ਜਾ ਰਹੇ ਆ? ਜਿਹੜੇ ਕਾਂਗਰਸ ਨੂੰ ਛੱਡ ਕੇ ਹੁਣੇ ਆ ਰਹੇ ਆ ਉਹ ਪਾਏਦਾਰ ਕਿਉਂ ਆ? ਤੇ ਜਿਹੜੇ ਕਈ ਦਹਾਕਿਆਂ ਤੋਂ ਬੀਜੇਪੀ ਦੇ ਵਿੱਚ ਆ ਉਹਨਾਂ ਨੂੰ ਕਿਹੜੀ ਗੱਲੋਂ ਦਰਕਿਨਾਰ ਕੀਤਾ ਜਾ ਰਿਹਾ? ਇਹਦੇ ਕਰਕੇ ਪਾਰਟੀ ਦੇ ਅੰਦਰ ਖਾਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਸੋ ਵਕਤ ਦੱਸੂਗਾ ਕਿ ਜਿਹੜੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ, ਉਹਨਾਂ ਦੇ ਵਿੱਚੋਂ ਕਈ ਇਸ ਵੇਲੇ ਵਿਜੀਲੈਂਸ ਦੇ ਰਡਾਰ ਦੇ ਉੱਤੇ ਹੈਗੇ ਆ, ਕਈ ਨਹੀਂ ਵੀ ਹੈਗੇ। ਇਹ ਕਿਹੜੇ ਪਾਸੇ ਨੂੰ ਮੋੜ ਕੱਟਦੀ ਆ ਪਾਰਟੀ? ਕੀ ਬੀਜੇਪੀ ਆਉਂਦੇ ਸਮੇਂ ਦੇ ਵਿੱਚ ਬੱਲੇ ਕਰਾ ਲੂਗੀ ਪੰਜਾਬ ਦੇ ਵਿੱਚ ਜਾਂ ਨਹੀਂ? ਕੀ ਉਹ ਚਿਹਰੇ ਜਿਹੜੇ ਕਿ ਹਾਰੇ ਹੋਏ ਆ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਰਹਿ ਕੇ, ਤੇ ਜਦੋਂ ਬੀਜੇਪੀ ਦੇ ਵਿੱਚ ਆਏ ਆ ਕੋਈ ਗਿੱਦੜ ਸਿੰਘੀ ਲੈ ਕੇ ਆਉਣਗੇ ਐਸੀ ਕਿ ਭਾਈ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਲਾ ਲੈਣਗੇ? ਇਹ ਸਮੇਂ ਨੇ ਬਿਆਨ ਕਰਨਾ, ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਸਮਾਂ ਬਹੁਤ ਬਲਵਾਨ ਆ ਤੇ ਰਾਜਨੀਤੀ ਨਵੇਂ ਦੌਰ ਦੀ ਤੇ ਨਵੇਂ ਤੌਰ ਤਰੀਕੇ ਦੀ ਸ਼ੁਰੂ ਹੋਈ ਆ। ਇਸ ਰਾਜਨੀਤੀ ਦੇ ਵਿੱਚ ਕੌਣ ਆਉਂਦੇ ਸਮੇਂ ਦੇ ਵਿੱਚ 2024 ਦੇ ਵਿੱਚ 13 ਪੰਜਾਬ ਦੀਆਂ ਸੀਟਾਂ ਦੇ ਵਿੱਚੋਂ 3 ਲੈ ਕੇ ਜਾਂਦਾ ਤੇ ਕੌਣ 13 ਦੇ ਵਿੱਚੋਂ 8 ਲੈ ਕੇ ਜਾਂਦਾ, ਇਹ ਵਕਤ ਨੇ ਬਿਆਨ ਕਰਨਾ। ਪਰ ਬੀਜੇਪੀ ਤੇ ਅਕਾਲੀ ਦਲ ਦੇ ਗੱਠਜੋੜ ਦੇ ਬਾਰੇ ਕਈ ਤਰ੍ਹਾਂ ਦੀਆਂ ਖਬਰਾਂ ਆਉਣ ਲੱਗ ਪਈਆਂ। ਉਤਲੇ ਮਨੋਂ ਭਾਵੇਂ ਇਹ ਗੱਲ ਕਹੀ ਜਾ ਰਹੀ ਹੈ ਕਿ ਨਹੀਂ ਗੱਠਜੋੜ ਵਾਲੀ ਕੋਈ ਗੱਲ ਨਹੀਂ, ਐਵੇਂ ਹੀ ਲੱਗਦਾ, ਇਹ ਤਾਂ ਇਹ ਹੋਣਾ ਹੀ ਨਹੀਂ। ਪਰ ਜਿਹੜੀ 18 ਜੁਲਾਈ ਨੂੰ ਦਿੱਲੀ ਦੇ ਵਿੱਚ ਬੀਜੇਪੀ ਦੀ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ, ਐਨਡੀਏ ਦੇ ਨਾਲ ਭਾਈਵਾਲ ਜਿਹੜੀਆਂ ਪਾਰਟੀਆਂ ਉਹਨਾਂ ਦੀ ਮੀਟਿੰਗ ਹੋ ਰਹੀ ਆ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੀ ਪਹੁੰਚਣ ਦਾ ਐਲਾਨ ਕਰ ਦਿੱਤਾ ਗਿਆ। ਸੋ ਭਾਵੇਂ ਇਹ ਗੱਲ ਕਹੀ ਜਾਵੇ ਕਿ ਨਹੀਂ ਗੱਠਜੋੜ ਦੀ ਗੱਲ ਤਾਂ ਐਵੇਂ ਹੀ ਆ, ਗੱਠਜੋੜ ਹੋਣਾ ਹੀ ਨਹੀਂ, ਸਾਡਾ ਤਾਂ ਗੱਠਜੋੜ ਬਸਪਾ ਦੇ ਨਾਲ ਆ, ਅਸੀਂ ਕਿਸੇ ਹੋਰ ਪਾਰਟੀ ਦੇ ਨਾਲ ਗੱਠਜੋੜ ਕਿਉਂ ਕਰਨਾ? ਇਹ ਜ਼ਰੂਰ ਸੋਚਣਾ ਬਣਦਾ ਕਿ ਭਾਈ ਜੇਕਰ ਉਧਰ ਗੱਠਜੋੜ ਵਾਲੀ ਗੱਲ ਹੋਣੀ ਹੀ ਨਾ ਹੁੰਦੀ ਜਾਂ ਹੋਈ ਹੀ ਨਾ ਹੁੰਦੀ ਅੰਦਰ ਖਾਤੇ, ਤੇ ਫਿਰ ਭਾਈ ਇਹ ਜਿਹੜੀ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ ਇੱਕ ਹੋਟਲ ਦੇ ਵਿੱਚ, ਉਹਦੇ ਵਿੱਚ ਐਨਡੀਏ ਦਾ ਹਿੱਸੇਦਾਰ ਬਣਨ ਦੀ ਨੌਬਤ ਕੀ ਆਉਣੀ ਸੀ? ਸੋ ਰਾਜਨੀਤੀ ਦੇ ਵਿੱਚ ਬਹੁਤ ਕੁਝ ਹੋਣਾ ਬਾਕੀ ਆ। ਇੱਕ ਦੂਜੇ ਦੇ ਉੱਤੇ ਸ਼ਬਦਕ ਵਾਰ ਇਸ ਵੇਲੇ ਜਾਰੀ ਆ। ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਜੋ ਸਰਗਰਮੀਆਂ ਵੱਖ-ਵੱਖ ਸਿਆਸੀ ਲੋਕਾਂ ਦੀਆਂ ਚੱਲ ਰਹੀਆਂ, ਉਹਨਾਂ ਨੂੰ ਦੇਖ ਕੇ ਇਹ ਪ੍ਰਤੀਤ ਹੁੰਦਾ ਜੀ ਕਿ 2024 ਦੇ ਫਰਵਰੀ ਜਾਂ ਮਾਰਚ ਮਹੀਨੇ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਨਹੀਂ ਪੈਣੀਆਂ, ਇਹ ਤਾਂ ਅਗਲੇ ਮਹੀਨੇ ਹੀ ਪੈ ਜਾਣੀਆਂ, ਕਿਉਂਕਿ ਹਰ ਰੋਜ਼ ਇੱਕ ਦੂਜੇ ਨੂੰ ਢਾਹ ਲਾਉਣ ਦੀ ਗੱਲ, ਹਰ ਰੋਜ਼ ਇੱਕ ਦੂਜੇ ਦੇ ਉੱਤੇ ਸ਼ਬਦਕ ਵਾਰ ਕਰਨ ਦੀ ਗੱਲ ਲਗਾਤਾਰ ਉੱਤੋੜਤੀ ਅੱਗੇ ਤੋਂ ਅੱਗੇ ਵਧ ਰਹੀ ਹੈ। ਸੋ ਦੇਖਦੇ ਪੰਜਾਬ ਦੀ ਰਾਜਨੀਤੀ ਆਉਂਦੇ ਸਮੇਂ ਦੇ ਵਿੱਚ ਕਿਹੜਾ ਮੋੜ ਕੱਟਦੀ ਹੈ। ਪਰ ਇਸ ਵੇਲੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਬੀਜੇਪੀ ਕਿੰਨੀ ਕੁ ਇਕਜੁੱਟਤਾ ਦਾ ਪ੍ਰਗਟਾਵਾ ਕਰ ਸਕੂ, ਕਿੰਨੀ ਕੁ ਉਹ ਅੱਗੇ ਵਧ ਸਕੂ, ਕਿਸ ਤਰੀਕੇ ਦਾ ਉਹ ਜਲਵਾ ਪੇਸ਼ ਕਰ ਸਕੂ, ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਜਾਖੜ ਹੋਰਾਂ ਦੇ ਉੱਤੇ ਆਊਗੀ, ਕਿਉਂਕਿ ਉਹਨਾਂ ਨੇ ਇਸ ਵੇਲੇ ਪਾਰਟੀ ਦੀ ਅਗਵਾਈ ਸ਼ੁਰੂ ਕੀਤੀ ਹੈ। ਮਨੀਸ਼ ਸਿਸੋਦੀਆ ਜਿਹੜੇ ਕਿ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਆ, ਉਹਨਾਂ ਦੀਆਂ ਮੁਸ਼ਕਿਲਾਂ ਦੇ ਵਿੱਚ ਚੋਖਾ ਵਾਧਾ ਹੋ ਗਿਆ।
ਉਹਦਾ ਕਾਰਨ ਇਹ ਹੈ ਕਿ ਮਨੀਸ਼ ਸਿਸੋਦੀਆ ਤੇ ਉਹਨਾਂ ਦੇ ਆੜੀਆਂ ਦੀ, ਉਹਨਾਂ ਦੇ ਬੇਲੀਆਂ ਦੀ ਪਤਾ ਲੱਗਾ ਵੀ ਜਾਇਦਾਦ ਕੁਰਕ ਕਰ ਲਈ ਗਈ ਹੈ। ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ, ਬੜੀ ਵੱਡੀ ਕਾਰਵਾਈ ਇਹ। ਆਪਾਂ ਜਾਣਦੇ ਵੀ ਪਿਛਲੇ ਕਈ ਮਹੀਨਿਆਂ ਤੋਂ ਮਨੀਸ਼ ਸਿਸੋਦੀਆ ਹੋਰੀ ਜੇਲ੍ਹ ਦੇ ਵਿੱਚ ਬੰਦ ਹੈ। ਸ਼ਰਾਬ ਨੀਤੀ ਦੇ ਵਿੱਚ ਕਥਿਤ ਤੌਰ ਦੇ ਉੱਤੇ ਹੇਰਾਫੇਰੀ ਦਾ ਪਰਚਾ ਦਰਜ ਹੋਇਆ, ਕਾਰਵਾਈ ਹੋਈ ਹੈ। ਸੋ ਇਸ ਮਸਲੇ ਦੇ ਉੱਤੇ ਹੁਣ ਤੱਕ ਬਹੁਤ ਸਾਰੇ ਮੋੜ ਸਾਹਮਣੇ ਆਏ ਆ। ਕੁਝ ਸਮਾਂ ਪਹਿਲਾਂ ਅਸੀਂ ਇਹ ਖਬਰ ਸਾਂਝੀ ਕੀਤੀ ਸੀ ਕਿ ਮਨੀਸ਼ ਸਿਸੋਦੀਆ ਦੇ ਵਕੀਲਾਂ ਦੇ ਵੱਲੋਂ ਅਦਾਲਤ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਪਾਈ ਗਈ ਹੈ, ਪਰ ਇਹਨਾਂ ਦੀ ਜ਼ਮਾਨਤ ਦੇ ਉੱਤੇ ਕਾਂਟਾ ਫੇਰਦਿਆਂ ਅਦਾਲਤ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਬਾਹਰ ਜਾ ਕੇ, ਇਸ ਕਰਕੇ ਇਹਨਾਂ ਨੂੰ ਜ਼ਮਾਨਤ ਦਿੱਤੀ ਨਹੀਂ ਜਾ ਸਕਦੀ। ਸੋ ਹੁਣ ਤਾਜ਼ਾ ਵੱਡੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੀ ਤੇ ਉਹਨਾਂ ਦੇ ਸਾਥੀਆਂ ਦੀ, ਕੁਝ ਸਾਥੀਆਂ ਦੀ ਜਾਇਦਾਦ ਆ ਜਿਹੜੀ ਉਹ ਕੁਰਕ ਕਰ ਲਈ ਗਈ ਹੈ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਦਿੱਲੀ ਦੇ ਸ਼ਰਾਬ ਘੁਟਾਲੇ ਦੇ ਵਿੱਚ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜਾਇਦਾਦ ਕੁਰਕ ਕਰ ਲਈ ਹੈ। ਇਸ ਕਾਰਵਾਈ ਤਹਿਤ ਈਡੀ ਨੇ ਮਨੀਸ਼ ਸਿਸੋਦੀਆ ਸਮੇਤ ਉਹਨਾਂ ਦੀ ਪਤਨੀ ਸੀਮਾ ਸਮੇਤ ਅਮਨਦੀਪ ਢਾਲਰ, ਰਾਜੇਸ਼ ਜੋਸ਼ੀ, ਗੌਤਮ ਮਲਹੋਤਰਾ ਤੇ ਕੁਝ ਹੋਰਨਾਂ ਦੀ ਤਕਰੀਬਨ 52 ਕਰੋੜ 24 ਲੱਖ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਦੇ ਮੁਤਾਬਕ 52 ਕਰੋੜ ਰੁਪਏ ਦੀ ਚੱਲ ਤੇ ਅਚਲ ਜਾਇਦਾਦ ਦੇ ਵਿੱਚ ਸਿਸੋਦੀਆ, ਉਹਨਾਂ ਦੀ ਪਤਨੀ ਦੀਆਂ 2 ਜਾਇਦਾਦਾਂ ਸ਼ਾਮਲ ਨੇ ਤੇ ਰਾਜੇਸ਼ ਜੋਸ਼ੀ ਤੇ ਗੌਤਮ ਮਲਹੋਤਰਾ ਦੀਆਂ 7 ਕਰੋੜ ਤੇ 29 ਲੱਖ ਰੁਪਏ ਦੀ ਜ਼ਮੀਨ ਤੇ ਫਲੈਟ ਸ਼ਾਮਲ ਨੇ। ਇਸ ਕੁਰਕੀ ਦੇ ਵਿੱਚ 44 ਕਰੋੜ 29 ਲੱਖ ਰੁਪਏ ਦੀ ਨਕਦੀ ਤੇ ਚੱਲ ਅਚਲ ਜਾਇਦਾਦ ਹੈ। ਇਹਦੇ ਵਿੱਚੋਂ 11,49,000 ਰੁਪਏ ਮਨੀਸ਼ ਸਿਸੋਦੀਆ ਤੇ 16 ਕਰੋੜ 45 ਲੱਖ ਰੁਪਏ ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ ਤੇ ਹੋਰਨਾਂ ਦੇ ਹਨ। ਇੱਥੇ ਵੀ ਦੱਸਣਾ ਬਣਦਾ ਕਿ ਜਾਂਚ ਏਜੰਸੀ ਨੇ ਕੁੱਲ 128 ਕਰੋੜ ਦੀ ਕੁਰਕੀ ਦੀ ਗੱਲ ਕਹੀ ਹੈ। ਜਾਂਚ ਏਜੰਸੀ ਮੁਤਾਬਕ ਦਿੱਲੀ ਐਕਸਾਈਜ਼ ਪਾਲਿਸੀ ਜਾਲਸਾਜ਼ੀ ਮਾਮਲੇ ਵਿੱਚ ਹੁਣ ਤੱਕ ਏਜੰਸੀ ਵੱਲੋਂ ਯਾਨੀ ਕਿ ਈਡੀ ਦੇ ਵੱਲੋਂ 128 ਕਰੋੜ ਰੁਪਏ ਦੀ ਕੁਰਕੀ ਕੀਤੀ ਜਾ ਚੁੱਕੀ ਹੈ। ਜਾਂਚ ਏਜੰਸੀ ਨੇ ਇਸ ਮਾਮਲੇ 'ਚ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਹਦੇ ਵਿੱਚ ਈਡੀ ਇਸ ਮਾਮਲੇ ਦੇ ਵਿੱਚ ਜਾਂਚ ਦਾ ਘੇਰਾ ਵਧਾ ਰਹੀ ਹੈ ਤੇ ਚਾਰਜ ਸ਼ੀਟ ਵੀ ਦਾਖਲ ਕਰ ਰਹੀ ਹੈ। ਇਸ ਮਾਮਲੇ ਦੇ ਵਿੱਚ ਹੁਣ ਤੱਕ ਈਡੀ ਨੇ 5 ਚਾਰਜ ਸ਼ੀਟ ਦਾਖਲ ਕੀਤੀਆਂ ਨੇ। ਮਨੀਸ਼ ਸਿਸੋਦੀਆ ਦੇ ਉੱਤੇ ਲਗਾਤਾਰ ਕਾਨੂੰਨੀ ਦਾਅਪੇਚ ਲੱਗ ਰਹੇ ਨੇ। ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਘੁਟਾਲੇ ਦੇ ਦੋਸ਼ਾਂ ਤੋਂ ਬਾਅਦ ਸੀਬੀਆਈ ਨੇ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ। ਸੋ ਲਗਾਤਾਰ ਸਿਸੋਦੀਆ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ, ਜੋ ਕਿ ਹਾਲੇ ਘਟਣ ਦਾ ਨਾਂ ਨਹੀਂ ਲੈ ਰਹੀਆਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦਾ ਮਾਮਲਾ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡੇ ਝਟਕੇ ਵਾਲਾ, ਕਿਉਂਕਿ ਇਸ ਵੇਲੇ ਸਤਿੰਦਰ ਜੈਨ ਦੇ ਬਾਬਤ ਵੀ ਆਪਾਂ ਜਾਣਦੇ ਕਿ ਕਈ ਤਰ੍ਹਾਂ ਦੇ ਦੋਸ਼ ਲੱਗੇ, ਉਹਨਾਂ ਨੂੰ ਸਿਹਤ ਦੇ ਕਾਰਨਾਂ ਦੇ ਕਰਕੇ ਜ਼ਮਾਨਤ ਵੀ ਮਿਲੀ। ਸੋ ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ ਰਹਿ ਕੇ ਸੁੱਕ ਕੇ ਤੀਲੇ ਵਰਗੇ ਬਣ ਗਏ। ਇਹ ਸਮੇਂ-ਸਮੇਂ ਦੇ ਉੱਤੇ ਖਬਰਾਂ ਆਈਆਂ ਉਹਨਾਂ ਦੇ ਕੋਲੇ ਸਿਹਤ ਮਹਿਕਮਾ ਰਿਹਾ ਜਿਹੜਾ ਕਿ ਹੁਣ ਨਹੀਂ ਆ। ਪਰ ਮਨੀਸ਼ ਸਿਸੋਦੀਆ ਦੇ ਪੱਖ ਦੇ ਵਿੱਚ ਆਮ ਆਦਮੀ ਪਾਰਟੀ ਗੱਲ ਕਰਦੇ ਇੱਕੋ ਹੀ ਕਹਿੰਦੀ ਹੈ ਗੱਲ ਕਿ ਭਾਈ ਇਹ ਬੇਕਸੂਰ ਆ, ਇਹਨਾਂ ਦੇ ਉੱਤੇ ਜਾਣਬੁੱਝ ਕੇ ਕਾਰਵਾਈ ਕੀਤੀ ਗਈ ਹੈ, ਸੱਚ ਨੇ ਇੱਕ ਨਾ ਇੱਕ ਦਿਨ ਸਾਹਮਣੇ ਆ ਜਾਣਾ। ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਅਖੌਤੀ ਬਦਲਾਅ ਵਾਲੀ ਪਾਰਟੀ ਆ, ਇਹਦੇ ਵਿੱਚ ਸੱਚਾਈ ਕੁਝ ਵੀ ਨਹੀਂ। ਇਹ ਤਾਂ ਸਿਰਫ ਤੇ ਸਿਰਫ ਕਹਿਣੀ ਤੇ ਕਰਨੀ ਦੇ ਵਿੱਚ ਅਸਮਾਨਤਾ ਵਾਲੇ ਆ, ਸਮਾਨਤਾ ਵਾਲੇ ਨਹੀਂ ਆ। ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਇਸ ਮਸਲੇ ਨੂੰ ਸਮੇਂ-ਸਮੇਂ ਤੇ ਚੁੱਕਿਆ ਗਿਆ। ਉਹ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਸਾਡੇ ਉੱਤੇ ਵਿਜੀਲੈਂਸ ਦੇ ਰਾਹੀਂ ਧੱਕਾ ਕੀਤਾ ਜਾ ਰਿਹਾ, ਦਿੱਲੀ ਦੇ ਵਿੱਚ ਇਹਨਾਂ ਦੇ ਨਾਲ ਵੀ ਉਵੇਂ ਹੋ ਰਿਹਾ। ਜੇਕਰ ਇਹ ਕਹਿੰਦੇ ਵੀ ਭਾਈ ਦਿੱਲੀ 'ਚ ਸਾਡੇ ਨਾਲ ਧੱਕਾ ਹੋ ਰਿਹਾ ਤੇ ਪੰਜਾਬ ਦੇ ਵਿੱਚ ਇਹ ਕਿਹੜਾ ਧੱਕਾ ਨਹੀਂ ਕਰ ਰਹੇ, ਸੋ ਇਸ ਤਰੀਕੇ ਦੀ ਗੱਲ ਚੱਲਦੀ ਆ। ਉਹ ਕਹਿੰਦੇ ਵੀ ਜਿਹੋ ਜਿਹੀਆਂ ਤੁਸੀਂ ਇੱਥੇ ਕਰਦੇ ਉਹੋ ਜਿਹੀਆਂ ਤੁਸੀਂ ਅੱਗੇ ਭੁਗਤ ਲੈਂਦੇ ਆ। ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲਦੀ ਆ ਕਿ ਨਹੀਂ, ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਕੀ ਮੋੜ ਆਉਂਦਾ। ਪਰ ਤੁਹਾਨੂੰ ਯਾਦ ਹੋਣਾ ਇਸ ਤੋਂ ਪਹਿਲਾਂ ਇਹ ਵੀ ਚਰਚਾ ਚੱਲੀ ਸੀ ਵੀ ਕਥਿਤ ਤੌਰ ਤੇ ਦੋਸ਼ ਲੱਗੇ ਸੀ ਕਿ ਬੀਜੇਪੀ ਦੇ ਵੱਲੋਂ ਮਨੀਸ਼ ਸਿਸੋਦੀਆ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਆ। ਹਾਲਾਂਕਿ ਬੀਜੇਪੀ ਨੇ ਕਿਹਾ ਸੀ ਕਿ ਸਾਨੂੰ ਇਹੋ ਜਿਹੇ ਪੰਗਿਆਂ ਦੀ ਲੋੜ ਨਹੀਂ ਹੈ, ਪਰ ਉਦੋਂ ਇਹ ਦੋਸ਼ ਲੱਗੇ ਸੀ ਕਿ ਮਨੀਸ਼ ਸਿਸੋਦੀਆ ਨੂੰ ਕਿਹਾ ਵੀ ਜਾਂ ਤਾਂ ਇੱਧਰ ਆ ਜਾਓ ਤੇ ਜਾਂ ਫਿਰ ਅੰਦਰ ਆ ਜਾਓ। ਸੋ ਇਸ ਤਰੀਕੇ ਦੇ ਜਿਹੜੇ ਚਰਚੇ ਚੱਲੇ ਆ, ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਆ। ਪਰ ਫਿਲਹਾਲ ਮਨੀਸ਼ ਸਿਸੋਦੀਆ ਤੇ ਉਹਨਾਂ ਦੇ ਸਾਥੀਆਂ ਦੀ ਜਾਇਦਾਦ ਕੁਰਕ ਕਰਨ ਦੀ ਖਬਰ ਮਿਲੀ ਹੈ ਤੇ ਆਉਂਦੇ ਸਮੇਂ ਦੇ ਵਿੱਚ ਕੁਝ ਹੋਰ ਵੱਡੀਆਂ ਖਬਰਾਂ ਵੀ ਸ਼ਾਇਦ ਸਾਹਮਣੇ ਆਉਣ ਜੀ। ਬੀਜੇਪੀ ਤੇ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਗੱਠਜੋੜ ਹੋਣਾ ਕਿ ਨਹੀਂ ਹੋਣਾ, ਇਹ ਲੋਕਾਂ ਦੀ ਸੋਚ ਦੇ ਵਿੱਚ ਗੱਲ ਸ਼ਾਮਲ ਇਸ ਕਰਕੇ ਹੋ ਗਈ ਆ ਕਿਉਂਕਿ ਖਬਰ ਆਉਂਦੀ ਇਹੋ ਜੀ ਆ। ਕੋਈ ਸੋਚੀ ਜਾਂਦਾ ਕਿ ਨਹੀਂ ਹੋਣਾ, ਕੋਈ ਕਹਿੰਦਾ ਹੋ ਜਾਣਾ, ਪਰ ਇਹ ਗੱਲ ਸੱਚੀ ਆ ਕਿ ਗੱਠਜੋੜ ਤਾਂ ਹੋ ਹੀ ਜਾਣਾ। ਹੋ ਸਕਦਾ ਵੀ ਭਾਈ ਇੱਕ ਬੰਦਾ ਹੋ ਕਵੇ ਜੀ ਕਿ ਐਂ ਕਿਵੇਂ ਹੋ ਜਾਣਾ, ਜਿਨ੍ਹਾਂ ਨੂੰ ਇਹ ਲੱਗਦਾ ਉਹ ਹਾਲੇ ਹੋਰ ਥੋੜਾ ਸਮਾਂ ਠਹਿਰ ਜਾਣ, ਸਾਰੀ ਗੱਲ ਸਭ ਦੇ ਸਾਹਮਣੇ ਆ ਜਾਣੀ ਆ। ਪਰ ਕਿਸੇ ਵੀ ਇੱਕ ਸਿਆਸੀ ਪਾਰਟੀ ਦਾ ਅੱਜ ਦੀ ਤਰੀਕ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਗੁਜ਼ਾਰਾ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਇਹੀ ਜੇਕਰ ਗੱਲ ਆਪਾਂ ਸਾਬਤ ਕਰਨੀ ਹੋਵੇ ਤਾਂ ਅਰਵਿੰਦ ਕੇਜਰੀਵਾਲ ਹੋਰੀ ਵੀ ਤਾਂ ਕਹਿ ਰਹੇ ਆ ਕਿ ਸਾਨੂੰ ਨੈਸ਼ਨਲ ਲੈਵਲ ਦੇ ਉੱਤੇ ਤੇ ਬੀਜੇਪੀ ਤੇ ਐਨਡੀਏ ਦੇ ਖਿਲਾਫਤ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ।
ਸੋ ਇੱਕ ਵੱਡਾ ਮਹਾਗਠਜੋੜ ਕਾਇਮ ਕਰਨਾ ਚਾਹੀਦਾ। ਮਤਲਬ ਕੇਂਦਰ ਦੇ ਵਿੱਚ ਉਹ ਵੀ ਚਾਹੁੰਦੇ ਆ ਵੀ ਸਾਡੇ ਪੈਰ ਲੱਗਣ ਤੇ ਇਸ ਕਰਕੇ ਸਾਰੇ ਵਿਰੋਧੀ ਇਕੱਠੇ ਹੋ ਜਾਈਏ। ਪਰ ਜਿਹੜੇ ਵਿਰੋਧੀ ਨੈਸ਼ਨਲ ਲੈਵਲ ਦੇ ਉੱਤੇ ਇਕੱਠੇ ਹੋਣਾ ਚਾਹੁੰਦੇ ਆ, ਉਹਨਾਂ ਵਿਰੋਧੀਆਂ ਦੀ ਆਪਸ ਦੇ ਵਿੱਚ ਦਾਲ ਸੂਬਾਈ ਖੇਤਰ ਦੇ ਵਿੱਚ ਖੇਤਰੀ ਪਾਰਟੀਆਂ ਦੇ ਤੌਰ ਤੇ ਨਹੀਂ ਗਲਦੀ। ਜਦੋਂ ਉਹ ਕਿਸੇ ਖੇਤਰ ਦੇ ਵਿੱਚ ਚੋਣਾਂ ਲੜਦੇ ਇੱਕ ਦੂਜੇ ਦੇ ਖਿਲਾਫ ਹੁੰਦੇ ਆ, ਜੇ ਉਹ ਨੈਸ਼ਨਲ ਤੌਰ ਦੇ ਉੱਤੇ ਲੜਨਾ ਚਾਹੁੰਦੇ ਉਹ ਕਹਿੰਦੇ ਵੀ ਇਕੱਠੇ ਹੋ ਜਾਣਗੇ। ਇਹੀ ਗੱਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਚੱਲ ਰਹੀ ਆ। ਕਾਂਗਰਸ ਆਮ ਆਦਮੀ ਪਾਰਟੀ ਨੂੰ ਇਹ ਗੱਲ ਕਹਿੰਦੀ ਵੀ ਤੁਸੀਂ ਪੰਜਾਬ 'ਚ ਸਾਡੇ ਨਾਲ ਚੰਗਾ ਕਰ ਰਹੇ ਹੋ, ਜਿਹਦੇ ਕਰਕੇ ਇਹ ਗੱਲ ਕਹਿੰਦੇ ਵੀ ਭਾਈ ਕੇਂਦਰ ਦੇ ਆਰਡੀਨੈਂਸ ਦੇ ਖਿਲਾਫ ਅਸੀਂ ਤੁਹਾਡੇ ਹੱਕ ਦੇ ਵਿੱਚ ਹੈਗੇ। ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਭਾਵੇਂ ਤੁਸੀਂ ਇਹ ਦੱਸੋ ਵੀ ਭਾਈ ਮੋਦੀ ਸਰਕਾਰ ਦੇ ਹੱਕ ਦੇ ਵਿੱਚ ਹੋ ਕਿ ਸਾਡੇ ਨਾਲ ਤੁਸੀਂ ਖੜੇ ਹੋ। ਸੋ ਉੱਥੇ ਦਾਲ ਇਸ ਕਰਕੇ ਗੱਲ ਨਹੀਂ ਰਹੀ। ਪਰ ਗੱਲ ਇਹ ਹੈ ਵੀ ਜਿਹੜੀ ਮੀਟਿੰਗ ਹੋਣੀ ਆ ਕੁਝ ਘੰਟਿਆਂ ਬਾਅਦ ਦਿੱਲੀ ਦੇ ਵਿੱਚ NDA ਦੀ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਜਦੋਂ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਗਿਆ, ਮਤਲਬ ਭਾਈ ਇਹ ਆ ਵੀ ਜਦੋਂ ਗਲਵੱਕੜੀ ਪੈ ਗਈ ਆ ਜਾਂ ਪੈਣ ਲੱਗੀ ਆ ਤਾਂ ਹੀ ਆ, ਨਹੀਂ ਤਾਂ ਹੋਰ ਨਹੀਂ ਕੋਈ ਪਾਰਟੀ ਜਾ ਰਹੀ। ਜੇਕਰ ਉੱਥੇ ਸਾਰਾ ਕੁਝ ਠੀਕ ਹੈ, ਅੰਦਰ ਖਾਤੇ ਸਾਰੀ ਗੱਲ ਤੈਅ ਹੋ ਗਈ ਹੈ, ਸਾਰਾ ਕੁਝ ਤਾਂ ਹੀ ਹੋ ਰਿਹਾ, ਨਹੀਂ ਤਾਂ ਹੋਰ ਕਿਸੇ ਪਾਸੇ ਸਾਰਾ ਕੁਝ ਕਿਉਂ ਨਹੀਂ ਹੋਇਆ। ਸੋ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਭਾਵੇਂ ਉਤਲੇ ਮਨੋਂ ਗੱਲ ਕਹੀ ਜਾ ਰਹੀ ਗੱਠਜੋੜ ਦੀ ਕੋਈ ਗੱਲ ਨਹੀਂ, ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਗਈ ਆ, ਭਗਵੰਤ ਮਾਨ ਦੇ ਵੱਲੋਂ ਗੱਲ ਕਹਿ ਦਿੱਤੀ ਗਈ ਹੈ ਕਿ ਕੁਰਸੀ ਦੀ ਖਾਤਰ ਦੋਵੇਂ ਪਾਰਟੀਆਂ ਇਕੱਠੀਆਂ ਹੋ ਰਹੀਆਂ, ਜਦ ਕਿ ਅਸੀਂ ਜਵਾਨੀ ਨੂੰ ਰੁਜ਼ਗਾਰ ਦੇ ਕੇ ਕੁਰਸੀ ਦੇ ਕਾਬਿਲ ਕਰ ਰਹੇ ਹਾਂ। ਸੋ ਇਸ ਤਰੀਕੇ ਦੀਆਂ ਚਰਚਾਵਾਂ ਦੇ ਦਰਮਿਆਨ ਇੱਕ ਦੂਜੇ ਦੇ ਉੱਤੇ ਦੋਸ਼ ਲੱਗ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਮੀਟਿੰਗਾਂ ਅਸੀਂ ਇਸ ਵੇਲੇ ਕਰ ਰਹੇ ਹਾਂ ਪਾਰਟੀ ਦੇ ਆਗੂਆਂ ਦੇ ਨਾਲ, ਉਹ ਪੰਜਾਬ ਦੀ ਬਿਹਤਰੀ ਦੇ ਲਈ ਕਰ ਰਹੇ ਹਾਂ, ਪੰਜਾਬ ਦੇ ਮਸਲਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਕਰ ਰਹੇ ਹਾਂ, ਜਦ ਕਿ ਇਸ ਗੱਲ ਨੂੰ ਬੇਲੋੜਾ ਪ੍ਰਚਾਰਿਆ ਜਾ ਰਿਹਾ ਕਿ ਅਸੀਂ ਇਕੱਠੇ ਹੋਣ ਲੱਗੇ ਹਾਂ। ਉਹਨਾਂ ਨੇ ਕਿਹਾ ਕਿ ਸਾਡਾ ਗੱਠਜੋੜ ਇਸ ਵੇਲੇ ਬਸਪਾ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਤੇ ਸਾਡੀ ਕਿਸੇ ਪਾਰਟੀ ਦੇ ਨਾਲ ਕੁਝ ਵੀ ਗੱਲਬਾਤ ਨਹੀਂ ਹੋ ਰਹੀ। ਉਸ ਤੋਂ ਇਲਾਵਾ ਜੇਕਰ BJP ਦੀ ਗੱਲ ਕਰਦੇ ਹਾਂ ਤਾਂ BJP ਦੇ ਵੱਡੀ ਗਿਣਤੀ ਦੇ ਵਿੱਚ ਆਗੂ ਇੱਕੋ ਗੱਲ ਕਹਿੰਦੇ ਨੇ ਕਿ ਗੱਠਜੋੜ ਵਾਲੀ ਕੋਈ ਗੱਲ ਨਹੀਂ, ਇਹ ਵਿਰੋਧੀਆਂ ਦੇ ਵੱਲੋਂ ਐਵੇਂ ਪੜੁੱਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਮਸਲਾ, ਸੱਚਾਈ ਇਸ ਤੋਂ ਕੋਹਾਂ ਉਲਟ ਹੈ। ਜਦ ਕਿ ਲੋਕਾਂ ਦਾ ਮਨ ਇਹ ਕਹਿ ਰਿਹਾ ਕਿ ਇਹ ਗੱਠਜੋੜ ਹੋ ਰਿਹਾ ਤੇ ਬਹੁਤ ਜਲਦ ਗੱਠਜੋੜ ਹੋ ਰਿਹਾ, ਲੋੜ ਦੀ ਸਾਂਝ ਪੈ ਰਹੀ ਹੈ। ਇਸ ਤੋਂ ਪਹਿਲਾਂ ਵੀ ਸ਼ਾਇਦ ਇਕੱਠੇ ਸਨ, ਜਿਵੇਂ ਕਿ ਰਾਜਾ ਵੜਿੰਗ ਨੇ ਕਿਹਾ ਕਿ ਇਹ ਪਾਰਟੀਆਂ ਤਾਂ ਪਹਿਲਾਂ ਵੀ ਇਕੱਠੀਆਂ ਸਨ, ਇਹਨਾਂ ਪਾਰਟੀਆਂ ਦੇ ਵੱਲੋਂ ਪਹਿਲਾਂ ਡਰਾਮਾ ਕੀਤਾ ਗਿਆ। ਹਾਲਾਂਕਿ BJP ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਰਾਜਾ ਵੜਿੰਗ ਨੂੰ ਤਾੜਨਾ ਕੀਤੀ ਗਈ ਕਿ ਤੁਸੀਂ ਆਪਣੀ ਪਾਰਟੀ ਦਾ ਖਿਆਲ ਰੱਖੋ, ਬਾਕੀਆਂ ਦਾ ਨਹੀਂ। ਇਸ ਖਬਰ ਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਕੁਝ ਹੋਣਾ ਬਾਕੀ ਹੈ ਤੇ ਕਈ ਕੁਝ ਹੋ ਗਿਆ। ਜਿਵੇਂ ਜਿਵੇਂ ਵੋਟਾਂ ਦੇ ਦਿਨ ਜਾਂ ਕਹਿ ਦਈਏ ਹਫ਼ਤੇ ਨੇੜੇ ਆਉਣਗੇ, ਉਵੇਂ ਰਾਜਨੀਤੀ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਉੱਤੋਂ ਦਿੱਤੀਆਂ ਹੋਣੀਆਂ। ਅਗਲੀ ਗੱਲ ਇਹ ਹੈ ਵੀ ਇਹ ਕੋਈ ਹੈਰਾਨ ਕਰਨ ਦਾ ਵਰਤਾਰਾ ਵੀ ਨਹੀਂ। ਰਾਜਨੀਤੀ ਦੇ ਵਿੱਚ ਟੁੱਟਦੇ ਤੇ ਜੁੜਦੇ ਹੁਣ ਤੱਕ ਅਸੀਂ ਹਜ਼ਾਰਾਂ ਲੋਕ ਦੇਖੇ ਆ, ਪਰ ਆਮ ਲੋਕ ਉੱਥੇ ਹੀ ਖੜੇ ਰਹਿੰਦੇ ਆ ਵੀ ਭਾਈ ਜਿਹਦੇ ਨਾਲ ਭਿੜੇ ਆ ਤੇ ਭਿੜੇ ਆ, ਜਿਹਦੇ ਨਾਲ ਬਣਦੀ ਹੈ ਤਾਂ ਬਣਦੀ ਆ। ਰਾਜਨੀਤਿਕ ਲੋਕ ਆ ਜਿਹੜੇ ਉਹ ਸਮੇਂ-ਸਮੇਂ ਦੇ ਉੱਤੇ ਆਪਣੇ ਮੁਫਾਦ ਦੀ ਖਾਤਰ ਜੁੜਦੇ ਵੀ ਤੇ ਟੁੱਟਦੇ ਵੀ ਆ। ਸੋ ਦੇਖਦੇ ਹਾਂ ਕਿ ਹੁਣ ਆਉਂਦੇ ਸਮੇਂ ਦੇ ਵਿੱਚ ਕਿਹੜੀ ਪਾਰਟੀ ਕਿਹਦੇ ਨਾਲ ਜੁੜਦੀ ਹੈ ਤੇ ਕਿੱਧਰੋਂ ਟੁੱਟਦੀ ਹੈ। ਪਰ ਕਦੇ-ਕਦੇ ਜਿਵੇਂ ਮੈਂ ਮੁੱਢ ਦੇ ਵਿੱਚ ਗੱਲ ਕਹੀ ਸੀ, ਇਉਂ ਪ੍ਰਤੀਤ ਹੁੰਦਾ ਵੀ ਚੋਣਾਂ ਸਿਰ ਦੇ ਉੱਤੇ ਆ ਗਈਆਂ, ਬਹੁਤ ਜਲਦ ਚੋਣਾਂ ਹੋਣ ਜਾ ਰਹੀਆਂ। ਇਉਂ ਲੱਗਦਾ ਜੀ ਕਿ ਕੁਝ ਕੁ ਹਫ਼ਤੇ ਹੀ ਬਾਕੀ ਰਹਿ ਗਏ ਆ ਤੇ ਜਿਸ ਤਰੀਕੇ ਦੇ ਨਾਲ ਇੱਕ ਦੂਜੇ ਦਾ ਪੈਰ ਮਿੱਧਿਆ ਜਾ ਰਿਹਾ, ਇਹ ਸਾਰਾ ਕੁਝ ਇਸ ਕਰਕੇ ਪ੍ਰਤੀਤ ਹੋ ਰਿਹਾ। ਸੋ ਜਾਂਦੇ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਅਸੀਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਵਿੱਚ ਜਦੋਂ ਤੇ ਹਰ ਰੋਜ਼ ਭੈਣਾਂ ਵੀਰ ਬਹੁਤ ਸਾਰੀਆਂ ਗੱਲਾਂ ਦਿਲ ਦੀਆਂ ਸਾਂਝੀਆਂ ਕਰਦੇ ਆ। ਅਸੀਂ ਅਕਸਰ ਇੱਥੇ ਵਿਦਿਆਰਥੀਆਂ ਨੂੰ ਮਿਲਦੇ ਹਾਂ। ਲੰਘੇ ਕੱਲ੍ਹ ਵੀ ਇੱਕ ਕਾਲਜ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਮੁੰਡੇ ਕੁੜੀਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਦੱਸੀਆਂ। ਉਹਨਾਂ ਨੇ ਕਿਹਾ ਜੀ ਕਿ ਅਸੀਂ ਆਪਣੇ ਮਾਪਿਆਂ ਨੂੰ, ਸਾਰਿਆਂ ਨੇ ਨਹੀਂ ਕੁਝ ਕੁ ਨੇ ਕਿਹਾ ਵੀ ਇੱਥੋਂ ਦੀਆਂ ਤਕਲੀਫਾਂ ਦੇ ਬਾਰੇ ਉਵੇਂ ਆਪਣੇ ਮਾਪਿਆਂ ਨੂੰ ਪੰਜਾਬ ਦੇ ਵਿੱਚ ਨਹੀਂ ਦੱਸਦੇ ਜਿਹੜੀਆਂ ਸਾਨੂੰ ਸਹਾਰਨੀਆਂ ਪੈਂਦੀਆਂ। ਉਹ ਇਸ ਕਰਕੇ ਨਹੀਂ ਦੱਸਦੇ ਵੀ ਉਹਨਾਂ ਨੇ ਕਰਜ਼ਾ ਚੱਕ ਕੇ ਸਾਨੂੰ ਭੇਜਿਆ, ਉੱਤੋਂ ਅਸੀਂ ਇਹ ਗੱਲ ਕਹਿ ਦਈਏ ਵੀ ਇੱਥੇ ਸਾਨੂੰ ਜੋਬ ਨਹੀਂ ਮਿਲਦੀ, ਅਸੀਂ ਤਾਂ ਇੱਥੇ ਦਰ ਤੇ ਠੋਕਰਾਂ ਖਾ ਰਹੇ ਹਾਂ, ਤੇ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਸਟ੍ਰੈਸ ਨਹੀਂ ਲੈਣੀ ਚਾਹੁੰਦੇ। ਪਰ ਜਿਹੜੇ ਵੀ ਭੈਣਾਂ ਵੀਰਾਂ ਨੇ ਬਾਹਰ ਆਉਣਾ, ਜਿਹੜੇ ਵੀ ਵਿਦਿਆਰਥੀ ਸਾਹਿਬਾਨ ਬਾਹਰ ਆ ਰਹੇ ਆ, ਆਉਣ ਦਾ ਪੂਰਾ ਅਧਿਕਾਰ ਆ, ਪਰ ਮਾਨਸਿਕ ਤੌਰ ਦੇ ਉੱਤੇ ਪੂਰੇ ਤਿਆਰ ਹੋ ਕੇ ਆਉਣਾ ਚਾਹੀਦਾ ਵੀ ਪਹਿਲੇ ਕੁਝ ਮਹੀਨੇ ਜਾਂ ਪਹਿਲਾ ਇੱਕ ਸਾਲ ਬਹੁਤ ਵੱਡਾ ਚੁਣੌਤੀਆਂ ਭਰਪੂਰ ਆ। ਹੋ ਸਕਦਾ ਕਿਸੇ ਨੂੰ ਪਾਰਟ ਟਾਈਮ ਕੰਮ ਆਉਂਦੇ ਸਾਰ ਮਿਲ ਜੇ, ਹੋ ਸਕਦਾ ਕਿਸੇ ਨੂੰ 6 ਮਹੀਨੇ ਨਾ ਵੀ ਮਿਲੇ, ਹੋ ਸਕਦਾ ਬੇਸਮੈਂਟ ਦੇ ਵਿੱਚ ਰਹਿਣ ਦਾ ਮੌਕਾ ਨਾਲ ਦੇ ਸਾਥੀਆਂ ਨਾਲ ਮਿਲੇ, ਹੋ ਸਕਦਾ ਬੇਸਮੈਂਟ ਮਹੀਨੇ ਬਾਅਦ ਬਦਲਣੀ ਵੀ ਪਵੇ, ਹੋ ਸਕਦਾ ਵੀ ਭਾਈ ਕੋਈ ਜਿਹਨੇ ਬੁਲਾਇਆ ਜਾਂ ਜਿਹਨੇ ਤੁਹਾਨੂੰ ਇਹ ਧਰਵਾਸ ਦਿੱਤਾ ਵੀ ਕੋਈ ਗੱਲ ਨਹੀਂ ਤੈਨੂੰ ਕੋਲੇ ਰੱਖਾਂਗੇ, ਉਹ ਬਿਲਕੁਲ ਤੁਹਾਡੀ ਆਸ ਤੇ ਖਰਾ ਉਤਰੇ। ਹੋ ਸਕਦਾ ਭਾਈ ਉਹਦੀਆਂ ਪ੍ਰਸਥਿਤੀਆਂ ਬਦਲਣ, ਉਹਦੀ ਸੋਚ ਬਦਲੇ, ਉਹ ਨਾ ਵੀ ਰੱਖੇ। ਸੋ ਮਨ ਨੂੰ ਥੋੜਾ ਜਿਹਾ ਕਾਬੂ ਦੇ ਵਿੱਚ ਰੱਖ ਕੇ ਤੇ ਆਪਦਾ ਅਗਲਾ ਪੈਰ ਪੱਟਣ ਦੀ ਲੋੜ ਹੈ। ਸੁਪਨਿਆਂ ਦੇ ਵਿੱਚ ਨਹੀਂ ਆਉਣਾ ਵੀ ਭਾਈ ਜਾਣ ਸਾਰੀ ਇਉਂ ਹੋ ਜਾਣਾ, ਫਲਾਂ ਹੋ ਜਾਣਾ। ਤੇ ਮਾਪਿਆਂ ਨੂੰ ਵੀ ਬੇਨਤੀ ਆ ਵੀ ਚੱਕਿਆ ਭਾਵੇਂ ਆਪਾਂ ਕਰਜ਼ਾ ਹੈਗਾ, ਪਰ ਇਹ ਦਬਾਅ ਨਾ ਪਾਇਆ ਜਾਵੇ ਵੀ ਹੁਣ ਤੁਸੀਂ ਬਾਹਰ ਪਹੁੰਚ ਗਏ ਆ
ਤੇ 6 ਮਹੀਨੇ ਹੋ ਗਏ ਗਿਆ ਨੂੰ, ਕਿੰਨੇ ਪੈਸੇ ਪਾਏ ਆ, ਤੂੰ ਪਾਏ ਕਿਉਂ ਨਹੀਂ? ਇਉਂ ਨਹੀਂ, ਇੱਥੇ ਬਹੁਤ ਔਖਾ ਕੰਮ ਆ। ਜਿਹੜੇ ਜਿਹੜੇ ਆ ਕੇ ਇੱਥੇ ਵਿਚਰਦੇ ਆ ਉਹਨਾਂ ਭੈਣਾਂ ਵੀਰਾਂ ਨੂੰ ਵੱਧ ਪਤਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।